ਅੱਜ ਆਓ ਅਸੀਂ ਮੈਂ ਮਾਤਾ ਜੀ ਦਾ ਪਾਲਣ ਕਰਦਾ ਹਾਂ ਉਪਦੇਸ਼ ਸਿਰਲੇਖ ਨਾਲ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰਨ ਲਈ ਕੁਝ ਸਮਾਂ ਲਈਏ। ਇਹ ਇੱਕ ਖਗੋਲ ਵਿਗਿਆਨ ਕਲਾਸ ਨਹੀਂ ਹੈ, ਪਰ ਆਓ ਅਸੀਂ ਭੂ ਕੇਂਦਰੀ ਸਿਧਾਂਤ ਅਤੇ ਸੂਰਜ ਕੇਂਦਰਿਤ ਸਿਧਾਂਤ ਬਾਰੇ ਸੰਖੇਪ ਵਿੱਚ ਗੱਲ ਕਰੀਏ। ਭੂ ਕੇਂਦਰੀ ਸਿਧਾਂਤ ਇੱਕ ਸਿਧਾਂਤ ਹੈ ਜੋ ਇਸ ਵਿਸ਼ਵਾਸ ਉੱਤੇ ਆਧਾਰਿਤ ਹੈ ਕਿ ਧਰਤੀ ਇੱਕ ਸਥਿਰ ਗ੍ਰਹਿ ਹੈ ਅਤੇ ਸਾਡੇ ਸੂਰਜੀ ਸਿਸਟਮ ਦੇ ਹੋਰ ਗ੍ਰਹਿ ਵੀ ਜਿਵੇਂ ਕਿ ਬੁੱਧ, ਸ਼ੁੱਕਰ, ਜੁਪੀਟਰ ਅਤੇ ਸ਼ਨੀ ਇਸ ਦੇ ਚਾਰੋਂ ਪਾਸੇ ਘੁੰਮਦੇ ਹਨ। ਇਹ ਭੂ ਕੇਂਦਰੀ ਸਿਧਾਂਤ ਇਸ ਵਿਸ਼ਵਾਸ ਉੱਤੇ ਆਧਾਰਿਤ ਹੈ ਕਿ ਧਰਤੀ ਸਥਿਰ ਹੈ ਅਤੇ ਹੋਰ ਗ੍ਰਹਿ ਧਰਤੀ ਦੇ ਦੁਆਲੇ ਘੁੰਮਦੇ ਹਨ ਅਤੇ ਇਸ ਨੂੰ ਲਗਭਗ 150 ਈਸਾ ਪੂਰਵ ਟਾਲਮੀ ਨਾਮਕ ਇੱਕ ਖਗੋਲ ਵਿਗਿਆਨੀ ਦੁਆਰਾ ਸਹੀ ਕੀਤਾ ਗਿਆ ਸੀ। ਲਗਭਗ 1400 ਸਾਲਾਂ ਦੀ ਮਿਆਦ ਲਈ ਲੋਕਾਂ ਨੇ ਸੋਚਿਆ ਕਿ ਧਰਤੀ ਬ੍ਰਹਿਮੰਡ ਦੇ ਕੇਂਦਰ ਵਿੱਚ ਹੈ। ਉਹਨਾਂ ਦਾ ਮੰਨਣਾ ਸੀ ਕਿ ਸਾਰੇ ਗ੍ਰਹਿ ਅਤੇ ਨਾਲ ਹੀ ਸੂਰਜੀ ਸਿਸਟਮ ਧਰਤੀ ਦੇ ਚਾਰੇ ਪਾਸੇ ਘੁੰਮਦਾ ਹੈ। ਹਾਲਾਂਕਿ ਸੂਰਜ ਕੇਂਦਰੀ ਸਿਧਾਂਤ ਤੇ ਜ਼ੋਰ ਦੇਣ ਵਾਲੇ ਵਿਦਵਾਨ ਪ੍ਰਗਟ ਹੋਣ ਲੱਗੇ। ਜਿਵੇਂ ਕਿ ਸੂਰਜ ਕੇਂਦਰੀ ਸ਼ਬਦ ਇਸ਼ਾਰਾ ਕਰਦਾ ਹੈ, ਇਹ ਇਸ ਵਿਸ਼ਵਾਸ ਤੇ ਆਧਾਰਿਤ ਇੱਕ ਸਿਧਾਂਤ ਹੈ ਕਿ ਧਰਤੀ ਸਥਿਰ ਨਹੀਂ ਹੈ ਪਰ ਘੁੰਮਦੀ ਹੈ ਅਤੇ ਸੂਰਜੀ ਸਿਸਟਮ ਦੇ ਹੋਰ ਸਾਰੇ ਗ੍ਰਹਿ ਜਿਵੇਂ ਕਿ ਬੁੱਧ, ਸ਼ੁੱਕਰ, ਧਰਤੀ, ਮੰਗਲ, ਜੁਪੀਟਰ ਅਤੇ ਸ਼ਨੀ ਸੂਰਜ ਦੁਆਲੇ ਘੁੰਮਦੇ ਹਨ, ਜਿਸ ਦਾ ਮਤਲਬ ਹੈ ਕਿ ਸੂਰਜ ਬ੍ਰਹਿਮੰਡ ਦੇ ਕੇਂਦਰ ਵਿੱਚ ਹੈ। ਉਸ ਸਮੇਂ ਦੇ ਲੋਕਾਂ ਦੁਆਰਾ ਸੂਰਜ ਕੇਂਦਰਿਤ ਸਿਧਾਂਤ ਨੂੰ ਸਵੀਕਾਰ ਕਰਨਾ ਬਿਲਕੁਲ ਵੀ ਆਸਾਨ ਨਹੀਂ ਸੀ। ਧਰਤੀ ਦੇ ਘੁੰਮਣ ਬਾਰੇ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਸੀ ਜੋ ਬਹੁਤ ਸਾਰੇ ਲੋਕਾਂ ਨੂੰ ਸਮਝ ਨਹੀਂ ਆ ਰਹੀਆਂ ਸੀ। ਲੋਕਾਂ ਨੇ ਤਰਕ ਕਰਦੇ ਹੋਏ ਕਿਹਾ, ਜੇਕਰ ਧਰਤੀ ਘੁੰਮਦੀ ਹੈ ਤਦ ਅਸੀਂ ਸਥਿਰ ਖੜੇ ਨਹੀਂ ਰਹਿ ਸਕਦੇ। ਇਹ ਵਿਦਵਾਨ ਕਿਵੇਂ ਦਾਅਵਾ ਕਰ ਸਕਦੇ ਹਨ ਕਿ ਧਰਤੀ ਦੇ ਘੁੰਮਦੇ ਹੋਏ ਅਸੀਂ ਇਸ ਤਰ੍ਹਾਂ ਖੜੇ ਰਹਿ ਸਕਦੇ ਹਾਂ? ਇਸ ਸਿਧਾਂਤ ਵਿੱਚ ਕੁਝ ਗਲਤ ਹੈ। ਇਸ ਤੋਂ ਇਲਾਵਾ ਜੇਕਰ ਧਰਤੀ ਘੁੰਮਦੀ ਹੈ ਤਦ ਜਦੋਂ ਅਸੀਂ ਹਵਾ ਵਿੱਚ ਕੁਝ ਸੁੱਟਦੇ ਹਾਂ ਤਦ ਉਸ ਨੂੰ ਉਸੇ ਜਗ੍ਹਾ ਤੇ ਮੁੜਨ ਦੀ ਬਜਾਏ ਇੱਕ ਵੱਖਰੀ ਜਗ੍ਹਾ ਤੇ ਡਿੱਗਣਾ ਚਾਹੀਦਾ ਹੈ, ਕਿਉਂਕਿ ਧਰਤੀ ਉਸ ਸਮੇਂ ਦੇ ਦੌਰਾਨ ਘੁੰਮਦੀ ਹੈ। ਪਰ ਜਦੋਂ ਅਸੀਂ ਕਿਸੇ ਵਸਤੂ ਨੂੰ ਸੁੱਟਦੇ ਹਾਂ ਤਦ ਉਹ ਠੀਕ ਉਸੇ ਜਗ੍ਹਾ ਡਿੱਗਦੀ ਹੈ ਜਿੱਥੋਂ ਉਸ ਨੂੰ ਸੁੱਟਿਆ ਗਿਆ ਸੀ। ਤਦ ਉਹ ਕਿਵੇਂ ਦਾਅਵਾ ਕਰ ਸਕਦੇ ਹਨ ਕਿ ਧਰਤੀ ਲਗਾਤਾਰ ਘੁੰਮ ਰਹੀ ਹੈ? ਇਸ ਤਰ੍ਹਾਂ ਬਹੁਤ ਸਾਰੇ ਵਿਦਵਾਨਾਂ ਨੇ ਸੂਰਜ ਕੇਂਦਰਿਤ ਸਿਧਾਂਤ ਦਾ ਜ਼ੋਰਦਾਰ ਖੰਡਨ ਕੀਤਾ। ਪਰ ਜਿਵੇਂ-ਜਿਵੇਂ ਵਿਗਿਆਨ ਵਿਕਸਿਤ ਹੋ ਰਿਹਾ ਹੈ ਅਤੇ ਅੱਗੇ ਵਧ ਰਿਹਾ ਹੈ, ਸਾਡੇ ਕੋਲ ਅਜਿਹੇ ਉਪਗ੍ਰਹਿ ਹਨ ਜੋ ਪੁਲਾੜ ਤੋਂ ਤਸਵੀਰਾਂ ਲੈ ਸਕਦੇ ਹਨ ਅਤੇ ਉਹਨਾਂ ਨੂੰ ਧਰਤੀ ਉੱਤੇ ਵਾਪਸ ਭੇਜ ਸਕਦੇ ਹਨ। ਹੁਣ ਅਸੀਂ ਜਾਣਦੇ ਹਾਂ ਕਿ ਧਰਤੀ ਘੁੰਮਦੀ ਹੈ, ਹੈ ਨਾ? ਕੀ ਅਸੀਂ ਸਾਰੇ ਨਹੀਂ ਜਾਣਦੇ ਕਿ ਸੂਰਜੀ ਕੇਂਦਰੀ ਸਹੀ ਸਿਧਾਂਤ ਹੈ? ਅਸੀਂ ਹਜੇ ਖਗੋਲ ਵਿਗਿਆਨ ਕਲਾਸ ਵਿੱਚ ਨਹੀਂ ਹਾਂ। ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜਿਸ ਤਰ੍ਹਾਂ ਲੋਕਾਂ ਲਈ ਇਸ ਤਰ੍ਹਾਂ ਦੇ ਦੁਨਿਆਵੀ ਗਿਆਨ ਨੂੰ ਸਵੀਕਾਰ ਕਰਨਾ ਬਹੁਤ ਔਖਾ ਸੀ ਕਿਉਂਕਿ ਇਹ ਕੁਝ ਨਵਾਂ ਸੀ, ਠੀਕ ਉਸੇ ਤਰ੍ਹਾਂ ਬਹੁਤ ਸਾਰੇ ਲੋਕਾਂ ਲਈ ਇਸ ਯੁੱਗ ਵਿੱਚ ਪਰਮੇਸ਼ਰ ਦੁਆਰਾ ਦਿੱਤੀ ਗਈ ਸੱਚਾਈ ਨੂੰ ਸਵੀਕਾਰ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਭਾਵੇਂ ਬਾਈਬਲ ਵਿੱਚ ਇਸ ਦੀ ਗਵਾਹੀ ਦੇਣ ਲਈ ਬਹੁਤ ਸਾਰੇ ਸਬੂਤ ਹਨ, ਅਜਿਹਾ ਇਸ ਲਈ ਹੈ ਕਿਉਂਕਿ ਉਹ ਜਿਹਦੇ ਨਾਲ ਅਤੀਤ ਨੂੰ ਫੜੀ ਰੱਖਦੇ ਹਨ। ਕਿਉਂਕਿ ਕੋਪਰਨਿਕਸ ਨਾਮ ਦੇ ਇੱਕ ਵਿਅਕਤੀ ਨੇ 16ਵੀਂ ਸਦੀ ਵਿੱਚ ਸੂਰਜ ਕੇਂਦਰੀ ਸਿਧਾਂਤ ਨੂੰ ਵਿਵਸਥਿਤ ਕੀਤਾ ਸੀ। ਇਸ ਲਈ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਕੋਪਰਨਿਕਸ ਪਹਿਲਾ ਵਿਅਕਤੀ ਸੀ ਜਿਸ ਨੇ ਸੂਰਜ ਕੇਂਦਰਿਤ ਸਿਧਾਂਤ ਉੱਤੇ ਜ਼ੋਰ ਦਿੱਤਾ ਸੀ, ਪਰ ਅਸਲ ਵਿੱਚ ਇੱਕ ਵਿਦਵਾਨ ਸੀ ਜਿਸ ਨੇ ਲਗਭਗ 3 ਅਤੇ 4 ਸਦੀ ਈਸਵੀ ਪੂਰਵ ਵਿੱਚ ਪ੍ਰਾਚੀਨ ਗ੍ਰੀਸ ਵਿੱਚ ਪਹਿਲੀ ਵਾਰ ਇਸ ਸਿਧਾਂਤ ਨੂੰ ਲਿਆਂਦਾ ਸੀ। ਇਸ ਲਈ ਕੋਪਰਨਿਕਸ ਉਸ ਵਿਅਕਤੀ ਵਰਗਾ ਸੀ ਜਿਸ ਨੇ ਸਿਧਾਂਤ ਨੂੰ ਵਿਵਸਥਿਤ ਕੀਤਾ, ਨਾ ਕਿ ਪਹਿਲਾ ਵਿਅਕਤੀ ਸੀ ਜਿਸ ਨੇ ਸੂਰਜ ਕੇਂਦਰੀ ਸਿਧਾਂਤ ਤੇ ਜ਼ੋਰ ਦਿੱਤਾ। ਜਦੋਂ ਪਹਿਲਾਂ ਦਾ ਸਿਧਾਂਤ ਕਿ ਬ੍ਰਹਿਮੰਡ ਧਰਤੀ ਦੇ ਦੁਆਲੇ ਘੁੰਮਦਾ ਹੈ ਇਸ ਸਿਧਾਂਤ ਵਿੱਚ ਬਦਲ ਗਿਆ ਕਿ ਧਰਤੀ ਸੂਰਜ ਦੇ ਚਾਰੇ ਪਾਸੇ ਘੁੰਮਦੀ ਹੈ, ਤਦ ਲੋਕ ਬਹੁਤ ਉਲਝ ਗਏ। ਲੋਕਾਂ ਨੇ ਸੋਚਿਆ ਕਿ ਇਹ ਅਸਲ ਵਿੱਚ ਸੱਚ ਹੈ। ਉਸ ਸਮੇਂ ਸੂਰਜ ਕੇਂਦਰਿਤ ਸਿਧਾਂਤ ਨੂੰ ਸਾਬਤ ਕਰਨ ਦਾ ਕੋਈ ਤਰੀਕਾ ਨਹੀਂ ਸੀ। ਪਰ ਜਦੋਂ ਗੈਲੀਲੀਓ ਵਰਗੇ ਲੋਕਾਂ ਨੇ ਦੂਰਬੀਨ ਬਣਾਈ ਅਤੇ ਆਕਾਸ਼ੀ ਪਿੰਡਾਂ ਦੀਆਂ ਗਤੀਵਿਧੀਆਂ ਦਾ ਅਧਿਐਨ ਕੀਤਾ ਤਦ ਇਹਨਾਂ ਗਤੀਵਿਧੀਆਂ ਨੂੰ ਆਪਣੀਆਂ ਨੰਗੀਆਂ ਅੱਖਾਂ ਨਾਲ ਦੇਖਣ ਦੀ ਤੁਲਨਾ ਵਿੱਚ ਜ਼ਿਆਦਾ ਸਹੀ ਰੂਪ ਨਾਲ ਦੇਖਿਆ ਜਾ ਸਕਦਾ ਸੀ। ਸੂਰਜੀ ਕੇਂਦਰੀ ਸਿਧਾਂਤ ਧਰਤੀ ਸੂਰਜ ਦੇ ਚਾਰੇ ਪਾਸੇ ਘੁੰਮਦੀ ਹੈ ਲੋਕਾਂ ਦਾ ਸਮਰਥਨ ਪ੍ਰਾਪਤ ਕਰਨ ਲੱਗਾ। ਇਸ ਤੋਂ ਇਲਾਵਾ ਕੈਪਲਰ ਨਾਮ ਦਾ ਇੱਕ ਵਿਗਿਆਨੀ ਸੀ ਜਿਨ੍ਹਾਂ ਨੇ ਕੋਪਰਨਿਕਸ ਦੇ ਸਿਧਾਂਤ ਨੂੰ 3 ਨਿਯਮਾਂ ਰਾਹੀਂ ਹੋਰ ਜ਼ਿਆਦਾ ਵਿਵਸਥਿਤ ਕੀਤਾ।
ਇਨ੍ਹਾਂ ਤਿੰਨਾਂ ਨਿਯਮਾਂ ਦੀ ਖੋਜ ਕਰਨ ਤੋਂ ਬਾਅਦ ਜਦੋਂ ਕੈਪਲਰ ਪਲਾਟ ਵਿੱਚ ਪਰਮੇਸ਼ਰ ਦੇ ਖੇਤਰ ਨੂੰ ਦੇਖ ਰਿਹਾ ਸੀ, ਜਿਸ ਨੂੰ ਮਨੁੱਖ ਨੇ ਅਜੇ ਤੱਕ ਦੇਖਣ ਦਾ ਸੁਪਨਾ ਵੀ ਨਹੀਂ ਦੇਖਿਆ ਸੀ, ਤਦ ਉਹਨਾਂ ਨੇ ਆਤਮ ਗਿਆਨ ਦੀ ਡੂੰਘੀ ਭਾਵਨਾ ਦਾ ਅਨੁਭਵ ਕੀਤਾ ਸੀ। ਇਸ ਲਈ ਉਹਨਾਂ ਨੇ ਇੱਕ ਕਿਤਾਬ ਲਿਖੀ। ਉਸ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ, ਭਾਵੇਂ ਇਹ ਵਰਤਮਾਨ ਦੇ ਲੋਕਾਂ ਦੁਆਰਾ ਜਾਂ ਭਵਿੱਖ ਦੇ ਲੋਕਾਂ ਦੁਆਰਾ ਪੜ੍ਹਿਆ ਜਾਵੇ, ਇਸ ਤੋਂ ਕੋਈ ਫਰਕ ਨਹੀਂ ਪੈਂਦਾ। ਇਸ ਨੂੰ ਆਪਣੇ ਪਾਠਕ ਲਈ 100 ਸਾਲ ਤੱਕ ਉਡੀਕ ਕਰਨ ਦਿਓ, ਕਿਉਂਕਿ ਪਰਮੇਸ਼ਰ ਖੁਦ 6000 ਸਾਲਾਂ ਤੱਕ ਤਿਆਰ ਰਹੇ ਤਾਂ ਜੋ ਕੋਈ ਉਹਨਾਂ ਦਾ ਅਧਿਐਨ ਕਰ ਸਕੇ। ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ ਕਿ ਉਹਨਾਂ ਦੀ ਕਿਤਾਬ ਪੜ੍ਹਨ ਵਾਲਿਆਂ ਲਈ ਘੱਟੋ ਘੱਟ 100 ਸਾਲ ਇੰਤਜ਼ਾਰ ਕਰ ਸਕਦੀ ਹੈ, ਕਿਉਂਕਿ ਪਰਮੇਸ਼ਰ ਨੇ 6000 ਸਾਲਾਂ ਤੋਂ ਇੱਕ ਗਵਾਹ ਦੇ ਪ੍ਰਗਟ ਹੋਣ ਲਈ ਉਡੀਕ ਕੀਤੀ ਸੀ। ਸੂਰਜ ਕੇਂਦਰਵਾਦ ਨੇ ਆਪਣੇ ਸਿਧਾਂਤ ਦਾ ਸਮਰਥਨ ਕਰਨ ਵਾਲੇ 3 ਨਿਯਮਾਂ ਦੀ ਖੋਜ ਕਰਨ ਤੋਂ ਬਾਅਦ ਕੈਪਲਰ ਪਰਮੇਸ਼ਰ ਦੇ ਰਾਜ ਨੂੰ ਵੇਖਣ ਦੇ ਯੋਗ ਸੀ, ਜਿਸ ਨੂੰ ਉਦੋਂ ਤੱਕ ਮਨੁੱਖਾਂ ਨੇ ਦੇਖਣ ਦੀ ਹਿੰਮਤ ਨਹੀਂ ਕੀਤੀ ਸੀ। ਉਹ ਬਹੁਤ ਪ੍ਰਭਾਵਿਤ ਹੋਇਆ ਸੀ। ਅੱਜ ਕੱਲ੍ਹ ਸਾਰੇ ਲੋਕ ਸੂਰਜ ਕੇਂਦਰੀ ਸਿਧਾਂਤ ਉੱਤੇ ਵਿਸ਼ਵਾਸ ਕਰਦੇ ਹਨ, ਪਰ ਉਸ ਸਮੇਂ ਹਰ ਕੋਈ ਭੂ ਕੇਂਦਰੀ ਸਿਧਾਂਤ ਦੁਆਰਾ ਆਵਾਜ਼ ਸੀ, ਜਿਸ ਨੂੰ ਜ਼ੋਰਦਾਰ ਢੰਗ ਨਾਲ ਸਵੀਕਾਰ ਕੀਤਾ ਗਿਆ ਸੀ। ਉਸ ਸਮੇਂ ਤੋਂ ਜਦੋਂ ਟਲੇਮੀ ਨੇ ਭੂ ਕੇਂਦਰੀ ਸਿਧਾਂਤ ਨੂੰ ਵਿਵਸਥਿਤ ਕੀਤਾ ਅਤੇ ਸਥਾਪਿਤ ਕੀਤਾ, ਕੋਈ ਵੀ ਉਸ ਸਿਧਾਂਤ ਨੂੰ ਲਗਭਗ 1400 ਸਾਲਾਂ ਦੇ ਲੰਬੇ ਸਮੇਂ ਤੱਕ ਸਵੀਕਾਰ ਨਹੀਂ ਕਰ ਸਕਿਆ। ਪਰ ਇੱਕ ਇੱਕ ਕਰਕੇ ਲੋਕਾਂ ਨੂੰ ਇਹ ਅਹਿਸਾਸ ਹੋਣ ਲੱਗਾ ਕਿ ਇਸ ਸਿਧਾਂਤ ਵਿੱਚ ਕੁਝ ਅਣਬਣ ਹੈ। ਅਜਿਹੇ ਬਹੁਤ ਸਾਰੇ ਕਾਰਕ ਸੀ ਜੋ ਇਸ ਸਿਧਾਂਤ ਨੂੰ ਖਗੋਲੀ ਤੌਰ ਤੇ ਸਹੀ ਨਹੀਂ ਸੀ। ਹਾਲਾਂਕਿ ਸੂਰਜੀ ਸਿਧਾਂਤ ਦੇ ਸ਼ੁਰੂਆਤੀ ਦਿਨਾਂ ਵਿੱਚ ਸਿਧਾਂਤ ਤੇ ਜ਼ੋਰ ਦੇਣ ਕਾਰਨ ਗੈਲੀਲੀਓ ਨੂੰ ਪੁੱਛਗਿੱਛ ਜਾਂਚ ਵਿੱਚ ਲਿਆਂਦਾ ਗਿਆ ਸੀ ਅਤੇ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਸੀ, ਜੇਕਰ ਤੁਸੀਂ ਲੋਕਾਂ ਨੂੰ ਉਲਝਾਉਣ ਵੇਲੇ ਸੂਰਜ ਕੇਂਦਰੀ ਸਿਧਾਂਤ ਦਾ ਇਨਕਾਰ ਨਹੀਂ ਕਰੋਗੇ ਤਾਂ ਅਸੀਂ ਤੁਹਾਨੂੰ ਤੁਰੰਤ ਇਸ ਅਦਾਲਤ ਵਿੱਚ ਮਾਰ ਦੇਵਾਂਗੇ। ਇਸ ਲਈ ਗੈਲੀਲੀਓ ਮੰਨ ਗਏ ਅਤੇ ਅਦਾਲਤ ਕਮਰੇ ਤੋਂ ਚਲੇ ਗਏ। ਪਰ ਅਦਾਲਤ ਦੇ ਦਰਵਾਜ਼ੇ ਤੋਂ ਬਾਹਰ ਨਿਕਲਣ ਤੋਂ ਠੀਕ ਪਹਿਲਾਂ ਉਸਨੇ ਕਿਹਾ, ਧਰਤੀ ਅਜੇ ਵੀ ਘੁੰਮ ਰਹੀ ਹੈ। ਉਸ ਦਾ ਕਹਿਣ ਦਾ ਮਤਲਬ ਸੀ, ਤੁਸੀਂ ਮੇਰੇ ਉੱਤੇ ਜਿੰਨਾ ਮਰਜ਼ੀ ਅਤਿਆਚਾਰ ਕਰੋ, ਮੈਂ ਕੀ ਕਰ ਸਕਦਾ ਹਾਂ, ਕਿਉਂਕਿ ਧਰਤੀ ਅਜੇ ਵੀ ਘੁੰਮ ਰਹੀ ਹੈ। ਕਹਾਵਤ ਧਰਤੀ ਅਜੇ ਵੀ ਘੁੰਮ ਰਹੀ ਹੈ ਗੈਲੀਲੀਓ ਦੇ ਇੱਕ ਪ੍ਰਸਿੱਧ ਕਿੱਸੇ ਦੇ ਰੂਪ ਵਿੱਚ ਬਣੀ ਹੋਈ ਹੈ। ਮੈਂ ਇਸ ਲਈ ਇਹ ਕਹਾਣੀ ਨੂੰ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਕਿ ਪਰਮੇਸ਼ਰ ਇਸ ਧਰਤੀ ਉੱਤੇ ਸਾਨੂੰ ਉਹਨਾਂ ਦੀਆਂ ਸੰਤਾਨਾਂ ਨੂੰ ਸਵਰਗੀ ਮਾਤਾ ਜੀ ਦੀ ਮੌਜੂਦਗੀ ਅਤੇ ਉਹਨਾਂ ਨਾਲ ਸੰਬੰਧਿਤ ਸਾਰੇ ਇਤਿਹਾਸ ਨੂੰ ਦੱਸਣ ਲਈ ਬਹੁਤ ਉਤਸੁਕ ਸੀ। ਦੁਨੀਆ ਭਰ ਦੇ ਈਸਾਈਆਂ ਦਾ ਮੰਨਣਾ ਹੈ ਕਿ ਕੇਵਲ ਇੱਕ ਹੀ ਪਰਮੇਸ਼ਰ ਹੈ, ਪਿਤਾ ਪਰਮੇਸ਼ਰ ਹੈ। ਉਹ ਲਗਾਤਾਰ ਇਸ ਵਿਸ਼ਵਾਸ ਉੱਤੇ ਜ਼ੋਰ ਦਿੰਦੇ ਆ ਰਹੇ ਹਨ, ਪਰ ਇਹ ਸੱਚ ਨਹੀਂ ਹੈ। ਪਰਮੇਸ਼ਰ ਉਹ ਹਨ ਜਿਨ੍ਹਾਂ ਨੇ ਸੂਰਜ ਉੱਤੇ ਕੇਂਦਰਿਤ ਸੂਰਜੀ ਸਿਸਟਮ ਦੀ ਰਚਨਾ ਕੀਤੀ ਹੈ। ਉਹ ਸੂਰਜੀ ਮੰਡਲ ਦੇ ਗ੍ਰਹਿਾਂ ਨੂੰ ਧਰਤੀ ਦੇ ਨਹੀਂ ਬਲਕਿ ਸੂਰਜ ਦੇ ਚੱਕਰ ਲਗਾਉਂਦੇ ਹਨ। ਪਰ ਲੋਕਾਂ ਨੂੰ ਸਿਖਾਇਆ ਗਿਆ ਹੈ ਸਾਰੇ ਗ੍ਰਹਿ ਧਰਤੀ ਦੇ ਚਾਰੇ ਪਾਸੇ ਚੱਕਰ ਲਗਾਉਂਦੇ ਹਨ। ਇਹ ਬਹੁਤ ਮੰਦਭਾਗੀ ਹੈ, ਜੋ ਕਿ ਸੱਚ ਨਹੀਂ ਹੈ। ਉਹ ਲੰਬੇ ਸਮੇਂ ਤੋਂ ਲੋਕਾਂ ਨੂੰ ਸਿਖਾਇਆ ਗਿਆ ਹੈ, ਕਿਉਂਕਿ ਲੋਕਾਂ ਨੇ ਬ੍ਰਹਮੰਡ ਨੂੰ ਸਵੈ ਕੇਂਦਰਿਤ ਦ੍ਰਿਸ਼ਟੀਕੋਣ ਤੋਂ ਦੇਖਿਆ। ਇਸ ਲਈ ਧਰਤੀ ਘੁੰਮਦੀ ਹੋਈ ਨਹੀਂ ਪਰ ਸਥਿਰ ਲੱਗਦੀ ਸੀ। ਉਹ ਸਮਝ ਨਹੀਂ ਪਾ ਰਹੇ ਸੀ ਕਿ ਜੇਕਰ ਧਰਤੀ ਅਸਲ ਵਿੱਚ ਹਿੱਲ ਰਹੀ ਹੁੰਦੀ ਤਦ ਉਹ ਬਿਨਾਂ ਚੱਕਰ ਆਏ ਜਾਂ ਨੀਚੇ ਡਿੱਗੇ ਸਿੱਧੇ ਕਿਵੇਂ ਖੜੇ ਰਹਿ ਸਕਦੇ ਹਨ। ਇਸ ਕਾਰਨ ਬਹੁਤ ਸਾਰੇ ਲੋਕ ਸੂਰਜ ਕੇਂਦਰਿਤ ਸਿਧਾਂਤ ਦੀ ਤੁਲਨਾ ਵਿੱਚ ਭੂ ਕੇਂਦਰੀ ਸਿਧਾਂਤ ਨੂੰ ਦ੍ਰਿੜਤਾ ਨਾਲ ਮੰਨਦੇ ਸੀ ਅਤੇ ਉਸ ਉੱਤੇ ਜ਼ਿਆਦਾ ਵਿਸ਼ਵਾਸ ਕਰਦੇ ਸੀ। ਜਦੋਂ ਪਿਤਾ ਇਸ ਧਰਤੀ ਉੱਤੇ ਆਏ ਤਦ ਉਹ ਅਸਲ ਵਿੱਚ ਮਾਤਾ ਪਰਮੇਸ਼ਰ ਦੀ ਮੌਜੂਦਗੀ ਬਾਰੇ ਸਾਨੂੰ ਦੱਸਣਾ ਚਾਹੁੰਦੇ ਸੀ। ਇਸ ਲਈ ਆਪਣੇ ਹੱਥ ਨਾਲ ਲਿਖੇ ਨੋਟ ਵਿੱਚ ਉਹਨਾਂ ਨੇ ਲਿਖਿਆ, ਅਲੀਸ਼ਾ ਨੇ ਏਲੀਆ ਦਾ ਪਾਲਣ ਕੀਤਾ, ਯਹੋਸ਼ੂਆ ਨੇ ਮੂਸਾ ਦਾ ਪਾਲਣ ਕੀਤਾ, ਪਤਰਸ ਨੇ ਯੀਸ਼ੂ ਦਾ ਪਾਲਣ ਕੀਤਾ, ਮੈਂ ਮਾਤਾ ਜੀ ਦਾ ਪਾਲਣ ਕਰਦਾ ਹਾਂ। ਇਸ ਤਰ੍ਹਾਂ ਉਹਨਾਂ ਨੇ ਆਪਣੀ ਖੁਸ਼ਖਬਰੀ ਕੰਮ ਦੀ ਸ਼ੁਰੂਆਤ ਤੋਂ ਹੀ ਮਾਤਾ ਪਰਮੇਸ਼ਰ ਦੀ ਮੌਜੂਦਗੀ ਨੂੰ ਪ੍ਰਗਟ ਕੀਤਾ। ਪਿਤਾ ਪਰਮੇਸ਼ਰ ਸਾਰੀ ਮਨੁੱਖ ਜਾਤੀ ਨੂੰ ਦੱਸਣਾ ਚਾਹੁੰਦੇ ਸੀ ਕਿ ਨਿਸ਼ਚਿਤ ਤੌਰ ਤੇ ਮਾਤਾ ਪਰਮੇਸ਼ਰ ਦੀ ਮੌਜੂਦਗੀ ਹੈ। ਪਰ ਬਹੁਤ ਸਾਰੇ ਲੋਕ ਅਜੇ ਵੀ ਮਾਤਾ ਪਰਮੇਸ਼ਰ ਬਾਰੇ ਸੱਚਾਈ ਨੂੰ ਨਹੀਂ ਸਮਝਦੇ ਹਨ ਅਤੇ ਉਹਨਾਂ ਕੋਲ ਉਹਨਾਂ ਬਾਰੇ ਬੁਨਿਆਦੀ ਜਾਣਕਾਰੀ ਵੀ ਨਹੀਂ ਹੈ, ਕਿਉਂਕਿ ਨਿਊਟਨ ਦੇ ਯੂਨੀਵਰਸਲ ਗ੍ਰੈਵਿਟੇਸ਼ਨ ਦੇ ਨਿਯਮ ਵਰਗੀਆਂ ਨਵੀਆਂ ਵਿਗਿਆਨਕ ਖੋਜਾਂ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ। ਇਸ ਲਈ ਹੁਣ ਇਹਨਾਂ ਖੋਜਾਂ ਨੂੰ ਬੁਨਿਆਦੀ ਗਿਆਨ ਮੰਨਿਆ ਜਾਂਦਾ ਹੈ। ਨਤੀਜੇ ਵਜੋਂ ਬਹੁਤ ਸਾਰੇ ਲੋਕਾਂ ਨੂੰ ਵਿਸ਼ਵਾਸ ਹੋ ਗਿਆ ਕਿ ਧਰਤੀ ਲਟਕੀ ਹੋਈ ਹੈ ਅਤੇ ਉਹ ਸੂਰਜ ਕੇਂਦਰੀ ਸਿਧਾਂਤ ਨੂੰ ਇੱਕ ਤੱਥ ਦੇ ਰੂਪ ਵਿੱਚ ਸਹੀ ਤਰ੍ਹਾਂ ਸਮਝਦੇ ਹਨ।
ਹਾਲ ਹੀ ਵਿੱਚ ਲੋਕਾਂ ਨੇ ਇਸ ਤੱਥ ਨੂੰ ਪੂਰੀ ਤਰ੍ਹਾਂ ਸਮਝਣਾ ਤੇ ਸਵੀਕਾਰ ਕਰਨਾ ਸ਼ੁਰੂ ਕੀਤਾ ਹੈ ਕਿ ਧਰਤੀ ਬਿਨਾਂ ਕਿਸੇ ਚੀਜ਼ ਦੇ ਖਾਲੀ ਥਾਂ ਵਿੱਚ ਲਟਕੀ ਹੋਈ ਹੈ ਅਤੇ ਡਿੱਗਦੀ ਨਹੀਂ ਹੈ, ਕਿਉਂਕਿ ਇੱਥੇ ਗ੍ਰੈਵਿਟੇਸ਼ਨਲ ਪਲ ਹੈ। ਆਪਣੀ ਕਿਤਾਬ ਦੀ ਹਾਰਮਨੀ ਆਫ ਦੀ ਵਰਲਡ ਵਿੱਚ ਕੈਪਲਰ ਨੇ ਲਿਖਿਆ, ਇਹ ਬਹੁਤ ਵਧੀਆ ਹੋਵੇਗਾ ਜੇਕਰ ਇੱਕ ਵਿਅਕਤੀ ਇਸ ਕਿਤਾਬ ਨੂੰ ਪੜ੍ਹੇ ਅਤੇ ਇਸ ਦਾ ਅਧਿਐਨ ਕਰੇ। ਹਾਲਾਂਕਿ ਮੈਂ ਸਮੇਂ ਸੀਮਾ ਨਿਰਧਾਰਿਤ ਨਹੀਂ ਕਰਨਾ ਚਾਹਾਂਗਾ। ਪਰਮੇਸ਼ਰ ਖੁਦ 6000 ਸਾਲਾਂ ਤੋਂ ਉਡੀਕ ਕਰ ਰਹੇ ਸੀ ਤਾਂ ਜੋ ਕੋਈ ਉਹਨਾਂ ਦਾ ਅਧਿਐਨ ਕਰ ਸਕੇ, ਹੈ ਨਾ। ਇਸ ਲਈ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਇਸ ਨੂੰ ਆਪਣੇ ਪਾਠਕ ਲਈ 100 ਸਾਲ ਉਡੀਕ ਕਰਨ ਦਿਓ। ਸਾਰੇ ਲੋਕੋ, ਸਾਰੀ ਮਾਨਵ ਜਾਤੀ ਨੂੰ ਸਵਰਗੀ ਮਾਤਾ ਜੀ ਦੇ ਬਾਰੇ ਸੱਚਾਈ ਸਿਖਾਉਂਦੇ ਹੋਏ ਅਤੇ ਇੱਕ ਗਵਾਹ ਦੇ ਰੂਪ ਵਿੱਚ ਉਹਨਾਂ ਦੀ ਗਵਾਹੀ ਦਿੰਦੇ ਹੋਏ ਸਵਰਗੀ ਪਿਤਾ ਹੁਣ ਗਲਤ ਰਸਤੇ ਤੇ ਜੀਵਨ ਦੇ ਸਹੀ ਮਾਰਗ ਉੱਤੇ ਉਹਨਾਂ ਦੀ ਅਗਵਾਈ ਕਰ ਰਹੇ ਹਨ। ਬਾਈਬਲ ਵਿੱਚ ਸ੍ਰਿਸ਼ਟੀ ਦੇ ਸਮੇਂ ਤੋਂ ਪਰਮੇਸ਼ਰ ਨੇ ਸਾਨੂੰ ਪਹਿਲਾਂ ਹੀ ਇਸ ਤੱਥ ਲਈ ਜਾਗਰੂਕ ਕੀਤਾ ਹੈ ਕਿ ਪਿਤਾ ਪਰਮੇਸ਼ਰ ਤੇ ਮਾਤਾ ਪਰਮੇਸ਼ਰ ਨੇ ਮਨੁੱਖ ਜਾਤੀ ਅਤੇ ਸਾਰੀਆਂ ਚੀਜ਼ਾਂ ਨੂੰ ਬਣਾਇਆ ਹੈ। ਹਾਲਾਂਕਿ ਬਾਈਬਲ ਦੇ ਕਈ ਵਿਦਵਾਨ ਮਾਤਾ ਪਰਮੇਸ਼ਰ ਬਾਰੇ ਸੱਚਾਈ ਨੂੰ ਮਹਿਸੂਸ ਕਰਨ ਵਿੱਚ ਅਸਫਲ ਰਹਿੰਦੇ ਹਨ, ਭਾਵੇਂ ਉਹਨਾਂ ਨੇ ਪਵਿੱਤਰ ਗ੍ਰੰਥ ਦਾ ਕਿੰਨਾ ਵੀ ਅਧਿਐਨ ਅਤੇ ਜਾਂਚ ਕੀਤੀ ਹੋਵੇ। ਉਹ ਆਪਣੇ ਰੂੜੀਵਾਦੀ ਵਿਚਾਰਾਂ ਤੇ ਬਣੇ ਰਹਿੰਦੇ ਹਨ ਅਤੇ ਆਪਣੇ ਕੋਲ ਮੌਜੂਦ ਗਿਆਨ ਨੂੰ ਸੁੱਟਣਾ ਨਹੀਂ ਚਾਹੁੰਦੇ। ਆਓ ਅਸੀਂ ਪਹਿਲਾਂ ਅਯੂਬ ਦੀ ਕਿਤਾਬ ਦੀਆਂ ਕੁਝ ਵਚਨਾਂ ਉੱਤੇ ਨਜ਼ਰ ਪਾਈਏ ਅਤੇ ਮੈਂ ਮਾਤਾ ਜੀ ਦਾ ਪਾਲਣ ਕਰਦਾ ਹਾਂ ਉਪਦੇਸ਼ ਸਿਰਲੇਖ ਦੀ ਸੱਚਾਈ ਦਾ ਅਧਿਐਨ ਕਰੀਏ। ਅਯੂਬ ਅਧਿਆਇ 26 ਵਚਨ 7 ਵਿੱਚ ਲਿਖਿਆ ਹੈ, ਉਹ ਮਤਲਬ ਪਰਮੇਸ਼ਰ ਉੱਤਰ ਦੇਸ਼ ਨੂੰ ਵਿਹਲੇ ਥਾਂ ਉੱਤੇ ਫੈਲਾਉਂਦਾ ਹੈ। ਉਹ ਧਰਤੀ ਨੂੰ ਬਿਨਾਂ ਸਹਾਰੇ ਦੇ ਲਟਕਾਉਂਦਾ ਹੈ। ਇੱਥੇ ਅਸੀਂ ਸਪਸ਼ਟ ਤੌਰ ਤੇ ਦੇਖ ਸਕਦੇ ਹਾਂ ਕਿ ਇਹ ਬਾਈਬਲ ਵਿੱਚ ਲਿਖਿਆ ਹੈ ਕਿ ਪਰਮੇਸ਼ਰ ਧਰਤੀ ਨੂੰ ਬਿਨਾਂ ਸਹਾਰੇ ਲਟਕਾਈ ਰੱਖਦਾ ਹੈ। ਅਯੂਬ ਦੀ ਕਿਤਾਬ ਲਗਭਗ 1500 ਈਸਾ ਪੂਰਵ ਵਿੱਚ ਲਿਖੀ ਗਈ ਸੀ। ਇਸ ਦਾ ਮਤਲਬ ਹੈ ਕਿ ਪਰਮੇਸ਼ਰ ਨੇ ਲਗਭਗ 3500 ਸਾਲ ਪਹਿਲਾਂ ਸਾਨੂੰ ਦੱਸਿਆ ਸੀ ਕਿ ਬ੍ਰਹਿਮੰਡ ਵਿੱਚ ਧਰਤੀ ਬਿਨਾਂ ਸਹਾਰੇ ਦੇ ਲਟਕੀ ਹੋਈ ਹੈ। ਪਰ ਉਹਨਾਂ ਦਿਨਾਂ ਦੇ ਵਿਗਿਆਨਿਕ ਗਿਆਨ ਦੇ ਬਾਵਜੂਦ ਲੋਕ ਇਸ ਤੱਥ ਨੂੰ ਨਹੀਂ ਸਮਝ ਸਕੇ ਕਿ ਧਰਤੀ ਨੂੰ ਬਿਨਾਂ ਸਹਾਰੇ ਦੇ ਲਟਕੀ ਹੋਈ ਹੈ। ਭਾਵੇਂ ਉਹਨਾਂ ਨੇ ਇਸ ਰਿਕਾਰਡ ਨੂੰ ਦਰਜਨਾਂ ਵਾਰ, ਸੈਂਕੜਿਆਂ ਵਾਰ ਜਾਂ ਹਜ਼ਾਰਾਂ ਵਾਰ ਵੇਖਿਆ ਹੋਵੇ। 17ਵੀਂ ਸਦੀ ਵਿੱਚ ਜਦੋਂ ਤੱਕ ਨਿਊਟਨ ਦੁਆਰਾ ਵਿਸ਼ਵ ਵਿਆਪੀ ਗੁਰੂਤਾਕਰਸ਼ਣ ਦੇ ਨਿਯਮ ਦੀ ਘੋਸ਼ਣਾ ਨਹੀਂ ਕੀਤੀ ਗਈ, ਉਦੋਂ ਤੱਕ ਇਹ ਤੱਥ ਕਿ ਧਰਤੀ ਬਿਨਾਂ ਸਹਾਰੇ ਲਟਕੀ ਹੋਈ ਹੈ ਸਿਰਫ ਇੱਕ ਸਿਧਾਂਤ ਸੀ ਜਿਸ ਨੂੰ ਲੋਕ ਸਮਝ ਜਾਂ ਵਿਸ਼ਵਾਸ ਨਹੀਂ ਕਰ ਸਕਦੇ ਸੀ। ਪਰ 3500 ਸਾਲ ਪਹਿਲਾਂ ਲਿਖੀ ਗਈ ਅਯੂਬ ਦੀ ਕਿਤਾਬ ਵਿੱਚ ਇਹ ਦਰਜ ਕੀਤਾ ਗਿਆ ਸੀ, ਧਰਤੀ ਨੂੰ ਬਿਨਾਂ ਸਹਾਰੇ ਦੇ ਲਟਕਾਉਂਦਾ ਹੈ। ਇਹ ਕੁਝ ਅਜਿਹਾ ਸੀ ਜਿਸ ਨੂੰ ਲੋਕ ਉਸ ਸਮੇਂ ਸਮਝ ਨਹੀਂ ਸਕਦੇ ਸੀ, ਪਰ ਬਾਅਦ ਵਿੱਚ ਬਾਈਬਲ ਵਿੱਚ ਲਿਖਿਆ ਗਿਆ ਇਹ ਰਿਕਾਰਡ ਸੱਚ ਸਾਬਤ ਹੋਇਆ। ਭਾਵੇਂ 3500 ਸਾਲ ਪਹਿਲਾਂ ਇਸ ਤੱਥ ਨੂੰ ਲੋਕ ਸਵੀਕਾਰ ਨਹੀਂ ਕਰ ਸਕਦੇ ਸੀ, ਪਰ ਇਸ ਯੁੱਗ ਵਿੱਚ ਰਹਿਣ ਵਾਲੇ ਅਸੀਂ ਸਾਰੇ ਇਹਨਾਂ ਵਚਨਾਂ ਉੱਤੇ ਆਸਾਨੀ ਨਾਲ ਆਮੀਨ ਕਹਿ ਸਕਦੇ ਹਾਂ ਕਿ ਇਹ ਸੱਚਾਈ ਨਹੀਂ ਹੈ। ਸਿਰਫ ਅਯੂਬ ਅਧਿਆਇ 26 ਹੀ ਨਹੀਂ, ਆਓ ਅਸੀਂ ਅਯੂਬ ਅਧਿਆਇ 36 ਵਚਨ 26 ਨੂੰ ਵੀ ਪੜ੍ਹੀਏ। ਵੇਖ, ਪਰਮੇਸ਼ਰ ਮਹਾਨ ਹੈਗਾ ਅਤੇ ਅਸੀਂ ਉਸ ਨੂੰ ਨਹੀਂ ਜਾਣਦੇ। ਉਹਦੇ ਵਰ੍ਹਿਆਂ ਦੀ ਗਿਣਤੀ ਸਮਝ ਤੋਂ ਪਰੇ ਹੈ। ਉਹ ਤਾਂ ਪਾਣੀ ਦੀਆਂ ਬੂੰਦਾਂ ਉਤਾਹਾਂ ਖਿੱਚਦਾ ਹੈ। ਇਹ ਪਾਣੀ ਨੂੰ ਭਾਫ਼ ਵਿੱਚ ਬਦਲ ਕੇ ਹਵਾ ਵਿੱਚ ਖਿੱਚਣ ਦਾ ਹਵਾਲਾ ਦਿੰਦਾ ਹੈ ਨਾ, ਜਿਹੜੀਆਂ ਉਹਦੀ ਭਾਫ਼ ਤੋਂ ਮੀਂਹ ਬਣ ਕੇ ਵਰਦੀਆਂ ਹਨ, ਜਿਨ੍ਹਾਂ ਨੂੰ ਬੱਦਲ ਡੋਲਦੇ ਹਨ ਅਤੇ ਉਹ ਆਦਮੀ ਉੱਤੇ ਬਹੁਤਾਇਤ ਨਾਲ ਟਪਕਦੀਆਂ ਹਨ। ਜਲ ਚੱਕਰ ਦੇ ਸੰਬੰਧ ਵਿੱਚ ਪਰਮੇਸ਼ਰ ਨੇ ਸਾਨੂੰ 3500 ਸਾਲ ਪਹਿਲਾਂ ਇਹ ਸਮਝਾਇਆ ਸੀ ਕਿ ਵਾਸ਼ਪੀਕਰਨ ਦੁਆਰਾ ਪਾਣੀ ਵਾਸ਼ਪ ਬਣ ਜਾਂਦਾ ਹੈ ਜੋ ਅਸਮਾਨ ਵਿੱਚ ਬੱਦਲ ਬਣ ਜਾਂਦਾ ਹੈ ਅਤੇ ਮਨੁੱਖ ਜਾਤੀ ਉੱਤੇ ਬਾਰਿਸ਼ ਦੇ ਰੂਪ ਵਿੱਚ ਵਾਪਸ ਡੋਲਿਆ ਜਾਂਦਾ ਹੈ। ਇਹ ਜਲ ਚੱਕਰ ਹੈ। ਮੀਂਹ ਦੀ ਪ੍ਰਕਿਰਿਆ 17ਵੀਂ ਸਦੀ ਵਿੱਚ ਲੱਭੀ ਗਈ ਅਤੇ ਵਿਗਿਆਨਕ ਰੂਪ ਨਾਲ ਸਿੱਧ ਹੋਈ, ਜੋ ਸਿਰਫ ਕੁਝ 100 ਸਾਲ ਪਹਿਲਾਂ ਦੀ ਗੱਲ ਹੈ। ਪਰ ਪਰਮੇਸ਼ਰ ਨੇ ਅਯੂਬ ਦੀ ਕਿਤਾਬ ਦੇ ਰਿਕਾਰਡਾਂ ਰਾਹੀਂ ਜੋ 3500 ਸਾਲ ਪਹਿਲਾਂ ਲਿਖੀ ਗਈ ਸੀ, ਸਾਨੂੰ ਇਸ ਬਾਰੇ ਜਾਣਨ ਦਿੱਤਾ। ਜਿਵੇਂ ਜਿਵੇਂ ਸਮਾਂ ਬੀਤਦਾ ਗਿਆ, ਪਰਮੇਸ਼ਰ ਦੇ ਇਹਨਾਂ ਵਚਨਾਂ ਦਾ ਕੀ ਹੋਇਆ ਜੋ ਬਹੁਤ ਪਹਿਲਾਂ ਲਿਖੇ ਗਏ ਸੀ, ਉਹ ਸੱਚ ਸਾਬਿਤ ਹੋਏ। ਪਰਮੇਸ਼ਰ ਦਾ ਕੋਈ ਬਚਨ ਝੂਠਾ ਨਹੀਂ ਹੈ। ਫਿਰ ਮਾਤਾ ਪਰਮੇਸ਼ਰ ਦੀ ਸੱਚਾਈ ਬਾਰੇ ਵੀ ਅਜਿਹਾ ਹੀ ਹੈ। ਉਤਪਤ ਅਧਿਆਇ 1 ਵਚਨ 1 ਵਿੱਚ ਜਿੱਥੇ ਲਿਖਿਆ ਹੈ, ਆਦ ਵਿੱਚ ਪਰਮੇਸ਼ਰ ਨੇ ਆਕਾਸ਼ ਅਤੇ ਧਰਤੀ ਨੂੰ ਬਣਾਇਆ। ਪਰਮੇਸ਼ਰ ਨੇ ਪਹਿਲਾਂ ਤੋਂ ਹੀ ਪਿਤਾ ਪਰਮੇਸ਼ਰ ਤੇ ਮਾਤਾ ਪਰਮੇਸ਼ਰ ਬਾਰੇ ਸਮਝਾਇਆ
ਆਦਿ ਵਿੱਚ ਪਰਮੇਸ਼ਰ ਨੇ ਆਕਾਸ਼ ਅਤੇ ਧਰਤੀ ਨੂੰ ਬਣਾਇਆ। ਇਸ ਵਚਨ ਵਿੱਚ ਪਰਮੇਸ਼ਰ ਸ਼ਬਦ ਨੂੰ ਐਲੋਹਿਮ ਦੇ ਰੂਪ ਵਿੱਚ ਦਰਜ ਕੀਤਾ ਗਿਆ ਹੈ, ਜਿਸ ਦਾ ਅਰਥ ਹੈ ਮੂਲ ਇਬਰਾਨੀ ਪਾਠ ਵਿੱਚ ਇੱਕ ਤੋਂ ਜ਼ਿਆਦਾ ਪਰਮੇਸ਼ਰ ਹੈ। ਸ਼ਬਦ ਐਲੋਹਿਮ ਦੁਆਰਾ ਪਰਮੇਸ਼ਰ ਸਾਨੂੰ ਇਹ ਦੱਸਣਾ ਚਾਹੁੰਦੇ ਸੀ ਕਿ ਧਰਤੀ ਨੂੰ ਪਿਤਾ ਪਰਮੇਸ਼ਰ ਤੇ ਮਾਤਾ ਪਰਮੇਸ਼ਰ ਨੇ ਬਣਾਇਆ ਹੈ। ਇਹ ਇਕੱਲੇ ਇੱਕ ਪਰਮੇਸ਼ਰ ਦੁਆਰਾ ਨਹੀਂ ਬਣਾਇਆ ਗਿਆ ਸੀ। ਉਤਪਤੀ ਅਧਿਆਇ 1 ਵਚਨ 1 ਵਿੱਚ ਜੋ ਲਿਖਿਆ ਹੈ ਉਹ ਪਹਿਲੀ ਗੱਲ ਹੈ ਜੋ ਪਰਮੇਸ਼ਰ ਚਾਹੁੰਦੇ ਸੀ ਕਿ ਅਸੀਂ ਜਾਣੀਏ। ਪਰ ਲੋਕ ਸੋਚਦੇ ਹਨ ਪਿਤਾ ਪਰਮੇਸ਼ਰ ਤੋਂ ਇਲਾਵਾ ਕੋਈ ਦੂਸਰਾ ਸਰਵ ਸ਼ਕਤੀਮਾਨ ਪਰਮੇਸ਼ਰ ਨਹੀਂ ਹੈ। ਸੰਸਾਰ ਦੇ ਸਾਰੇ ਲੋਕ ਇੱਕ ਨਿਸ਼ਚਿਤ ਧਾਰਨਾ ਰੱਖਦੇ ਹੋਏ ਅਜਿਹਾ ਸੋਚਦੇ ਹਨ, ਕਿਉਂਕਿ ਇਸ ਨਿਸ਼ਚਿਤ ਸੰਕਲਪ ਨੂੰ ਸਧਾਰਨ ਗਿਆਨ ਮੰਨਿਆ ਜਾਂਦਾ ਹੈ ਅਤੇ ਪੱਕੇ ਤੌਰ ਤੇ ਸੈਟਲ ਕੀਤਾ ਹੋਇਆ ਹੈ। ਇਸ ਲਈ ਜਦੋਂ ਅਸੀਂ ਮਾਤਾ ਪਰਮੇਸ਼ਰ ਬਾਰੇ ਸੱਚਾਈ ਦਾ ਪ੍ਰਚਾਰ ਕਰਦੇ ਹਾਂ ਤਦ ਸਾਨੂੰ ਕਈ ਲੋਕਾਂ ਦੁਆਰਾ ਚੁਣੌਤੀ ਦਿੱਤੀ ਜਾਂਦੀ ਹੈ ਨਾ? ਪਰ ਉਤਪਤੀ ਕਿਤਾਬ ਵਿੱਚ ਪਰਮੇਸ਼ਰ ਨੇ ਸਾਨੂੰ ਪਹਿਲਾਂ ਹੀ ਮਾਤਾ ਪਰਮੇਸ਼ਰ ਬਾਰੇ ਦੱਸਿਆ ਹੈ। ਪ੍ਰਕਾਸ਼ ਦੀ ਪੋਥੀ ਅਧਿਆਇ 4 ਵਚਨ 11 ਬਾਰੇ ਕੀ? ਅਤੇ ਉਹ ਤੇਰੀ ਹੀ ਇੱਛਾ ਨਾਲ ਹੋਈਆਂ ਤੇ ਰਚੀਆਂ ਗਈਆਂ। ਪਰਮੇਸ਼ਰ ਦੇ ਮਕਸਦ ਦੁਆਰਾ ਮਨੁੱਖੀ ਪਿਤਾ, ਮਨੁੱਖੀ ਮਾਤਾ ਅਤੇ ਮਨੁੱਖੀ ਪੁੱਤਰਾਂ ਅਤੇ ਧੀਆਂ ਨੂੰ ਬਣਾ ਕੇ ਪਰਮੇਸ਼ਰ ਸਾਨੂੰ ਕੁਝ ਮਹਿਸੂਸ ਕਰਨ ਦੇਣਾ ਚਾਹੁੰਦੇ ਸੀ। ਜਦੋਂ ਲੋਕਾਂ ਨੂੰ ਪੁੱਛਿਆ ਜਾਂਦਾ ਹੈ ਕਿ ਤੁਹਾਡੇ ਪਰਿਵਾਰ ਵਿੱਚ ਪਿਤਾ ਹੈ, ਉਹ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਕਹਿੰਦਾ ਹੈ, ਹਾਂ ਜ਼ਰੂਰ ਹੈ। ਫਿਰ ਅਸੀਂ ਆਪਣੇ ਆਪ ਹੀ ਮੰਨ ਲੈਂਦੇ ਹਾਂ ਕਿ ਉਹਨਾਂ ਦੇ ਪਰਿਵਾਰ ਵਿੱਚ ਇੱਕ ਮਾਤਾ ਵੀ ਹੈ। ਇਹ ਬੁਨਿਆਦੀ ਗਿਆਨ ਹੈ ਜੋ ਸਾਡੇ ਸਾਰਿਆਂ ਕੋਲ ਹੈ ਕਿ ਪਰਮੇਸ਼ਰ ਨੇ ਸਾਨੂੰ ਇਹ ਅਹਿਸਾਸ ਦਿਲਾਉਣ ਦੁਆਰਾ ਕਿ ਧਰਤੀ ਉੱਤੇ ਜੋ ਕੁਝ ਹੈ ਉਹ ਸਵਰਗ ਦਾ ਪਰਛਾਵਾਂ ਹੈ, ਸਾਨੂੰ ਇਹ ਨਹੀਂ ਦੱਸਿਆ ਕਿ ਸਵਰਗ ਵਿੱਚ ਸਵਰਗੀ ਪਿਤਾ ਹੈ ਜਿਵੇਂ ਇਸ ਧਰਤੀ ਉੱਤੇ ਮਨੁੱਖੀ ਪਿਤਾ ਹੈ, ਅਤੇ ਇਹ ਕਿ ਸਵਰਗੀ ਪਰਿਵਾਰ ਵਿੱਚ ਸਵਰਗੀ ਮਾਤਾ ਹੈ ਜਿਵੇਂ ਇਸ ਧਰਤੀ ਦੇ ਪਰਿਵਾਰਾਂ ਵਿੱਚ ਮਾਤਾ ਹੈ। ਜਦੋਂ ਸਵਰਗੀ ਪਿਤਾ ਪਵਿੱਤਰ ਆਤਮਾ ਦੇ ਇਸ ਯੁੱਗ ਵਿੱਚ ਧਰਤੀ ਉੱਤੇ ਆਏ ਤਦ ਉਹ ਸਭ ਤੋਂ ਜ਼ਿਆਦਾ ਸਵਰਗੀ ਮਾਤਾ ਬਾਰੇ ਦੱਸਣਾ ਚਾਹੁੰਦੇ ਸੀ। ਇਸ ਲਈ ਸਵਰਗੀ ਪਿਤਾ ਨੇ ਕਿਹਾ, ਅਲੀਸ਼ਾ ਨੇ ਏਲੀਆ ਦਾ ਪਾਲਨ ਕੀਤਾ, ਯਹੋਸ਼ੂਆ ਨੇ ਮੂਸਾ ਦਾ ਪਾਲਨ ਕੀਤਾ, ਪਤਰਸ ਨੇ ਯੀਸ਼ੂ ਦਾ ਪਾਲਨ ਕੀਤਾ, ਮੈਂ ਮਾਤਾ ਜੀ ਦਾ ਪਾਲਨ ਕਰਦਾ ਹਾਂ। ਉਹਨਾਂ ਨੇ ਕਿਹਾ, ਜੇਕਰ ਤੁਸੀਂ ਮੈਨੂੰ ਜਾਣੋਗੇ ਫਿਰ ਤੁਸੀਂ ਮਾਤਾ ਨਾਲ ਮਿਲ ਸਕੋਗੇ, ਤੁਸੀਂ ਉਹਨਾਂ ਨੂੰ ਮਹਿਸੂਸ ਕਰ ਸਕੋਗੇ। ਸਵਰਗੀ ਪਿਤਾ ਜੀ ਦੇ ਕਹਿਣ ਦਾ ਮਤਲਬ ਇਹ ਹੈ ਕਿ ਜੇਕਰ ਅਸੀਂ ਸਵਰਗੀ ਮਾਤਾ ਜੀ ਦੇ ਬਾਰੇ ਸੱਚਾਈ ਦੇ ਭੇਤ ਨੂੰ ਮਹਿਸੂਸ ਕੀਤਾ ਹੈ ਜੋ ਬਾਈਬਲ ਦੀਆਂ 66 ਕਿਤਾਬਾਂ ਵਿੱਚ ਲੁਕੀ ਹੋਈ ਹੈ, ਤਾਂ ਸਾਨੂੰ ਸਿਰਫ ਸਵਰਗੀ ਮਾਤਾ ਜੀ ਦਾ ਜਿੱਥੇ ਕਿਤੇ ਉਹ ਜਾਂਦੇ ਹਨ ਪਾਲਨ ਕਰਨਾ ਚਾਹੀਦਾ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ ਉਹ ਉਸ ਦੀਪਕ ਸਵਰਗ ਦੇ ਰਾਜ ਦਾ ਰਾਹ ਹੈ। ਜਦੋਂ ਕੈਪਲਰ ਨੇ 3 ਨਿਯਮਾਂ ਦੀ ਖੋਜ ਕੀਤੀ ਤਦ ਉਸਨੇ ਪਰਮੇਸ਼ਰ ਦੇ ਖੇਤਰ ਨੂੰ ਮਹਿਸੂਸ ਕੀਤਾ ਜਿਸ ਨੂੰ ਉਸ ਸਮੇਂ ਤੱਕ ਕਿਸੇ ਨੇ ਨਹੀਂ ਦੇਖਿਆ ਸੀ। ਉਹ ਨਹੀਂ ਜਾਣਦਾ ਸੀ ਕਿ ਕੀ ਕੀਤਾ ਜਾਵੇ ਕਿਉਂਕਿ ਉਹ ਬਹੁਤ ਜ਼ਿਆਦਾ ਉਤੇਜਿਤ ਅਤੇ ਉਤਸ਼ਾਹਿਤ ਮਹਿਸੂਸ ਕਰ ਰਿਹਾ ਸੀ। ਹੁਣ ਕੀ ਸੂਰਜ ਕੇਂਦਰੀ ਸਿਧਾਂਤ ਇੱਕ ਦਿਲਚਸਪ ਸੰਕਲਪ ਹੈ। ਅੱਜ ਇਹ ਸਧਾਰਨ ਗਿਆਨ ਬਣ ਗਿਆ ਹੈ ਕਿਉਂਕਿ ਸਾਰਿਆਂ ਨੇ ਇਸ ਬਾਰੇ ਬਚਪਨ ਤੋਂ ਹੀ ਸਿੱਖਿਆ ਹੈ। ਇਸੇ ਤਰ੍ਹਾਂ ਕਿ ਇਸੇ ਕਾਰਨ ਪਰਮੇਸ਼ਰ ਨੇ ਯਿਰਮੀਆ ਦੀ ਕਿਤਾਬ ਵਿੱਚ ਇਹ ਨਹੀਂ ਕਿਹਾ। ਆਖਰੀ ਦਿਨਾਂ ਵਿੱਚ ਨਵੇਂ ਨੇਮ ਦੀ ਸੱਚਾਈ ਵਿੱਚ ਸਾਰੇ ਲੋਕ ਛੋਟੇ ਤੋਂ ਲੈ ਕੇ ਬਜ਼ੁਰਗਾਂ ਤੱਕ ਪਰਮੇਸ਼ਰ ਨੂੰ ਜਾਣ ਲੈਣਗੇ ਕਿ ਉਹਨਾਂ ਨੂੰ ਪਰਮੇਸ਼ਰ ਨੂੰ ਜਾਣਨ ਲਈ ਹੁਣ ਹੋਰ ਨਹੀਂ ਸਿਖਾਇਆ ਜਾਏਗਾ। ਕਿ ਬਾਈਬਲ ਨਹੀਂ ਕਹਿੰਦੀ ਕਿ ਉਹ ਦਿਨ ਆਉਣਗੇ ਜਦੋਂ ਅਸੀਂ ਪਰਮੇਸ਼ਰ ਦੀ ਮੌਜੂਦਗੀ ਨੂੰ ਪੂਰੀ ਤਰ੍ਹਾਂ ਸਮਝ ਸਕਦੇ ਹਾਂ। ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 22 ਵਚਨ 17 ਨੂੰ ਦੇਖੀਏ। ਆਤਮਾ ਅਤੇ ਲਾੜੀ ਆਖਦੀ ਹੈ, ਆਓ। ਜਿਹੜਾ ਸੁਣਦਾ ਹੋਵੇ ਉਹ ਕਹੇ ਆਓ, ਅਤੇ ਜਿਹੜਾ ਧਿਆਇਆ ਹੋਵੇ ਉਹ ਆਵੇ। ਜਿਹੜਾ ਚਾਹੇ ਅੰਮ੍ਰਿਤ ਜਲ ਮੁਫਤ ਲਵੇ। ਮੈਂ ਹਰ ਇੱਕ ਦੇ ਅੱਗੇ ਜਿਹੜਾ ਇਸ ਪੋਥੀ ਦੇ ਅਗਾਂਹ ਵਕਦੀਆਂ ਬਾਣੀਆਂ ਸੁਣਦਾ ਹੈ ਸਾਖੀ ਦਿੰਦਾ ਹਾਂ। ਜੇ ਕੋਈ ਇਹਨਾਂ ਵਿੱਚ ਕੁਝ ਵਧਾਵੇ ਤਾਂ ਉਹ ਬਵਾਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪਰਮੇਸ਼ਰ ਉਸ ਉੱਤੇ ਵਧਾਵੇਗਾ, ਅਤੇ ਜੇ ਕੋਈ ਇਸ ਅਗਾਂਹ ਵਕ ਦੀ ਪੋਥੀ ਦੀਆਂ ਬਾਣੀਆਂ ਵਿੱਚੋਂ ਕੁਝ ਘਟਾਵੇ ਤਾਂ ਜੀਵਨ ਦੀ ਬਿਰਛ ਤੋਂ ਅਤੇ ਪਵਿੱਤਰ ਨਗਰੀ ਵਿੱਚੋਂ ਅਰਥਾਤ ਉਹਨਾਂ ਗੱਲਾਂ ਵਿੱਚੋਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪਰਮੇਸ਼ਰ ਉਹਦਾ ਹਿੱਸਾ ਘਟਾਵੇਗਾ। ਇਹ ਵਚਨ ਕਹਿਣ ਵਾਲੇ ਕੌਣ ਹਨ? ਸਾਰੀਆਂ ਸਿੱਖਿਆਵਾਂ ਜੋ ਪਰਮੇਸ਼ਰ ਨੇ ਮਨੁੱਖ ਜਾਤੀ ਨੂੰ ਦਿੱਤੀਆਂ ਹਨ ਸਿੱਧ ਅਤੇ ਸਹੀ ਹਨ। ਇਹ ਰਿਕਾਰਡ ਕਿ ਪਰਮੇਸ਼ਰ ਨੇ ਧਰਤੀ ਨੂੰ ਬਿਨਾਂ ਸਹਾਰੇ ਲਟਕੀ ਹੈ ਅਯੂਬ ਦੇ ਸਮੇਂ ਵਿੱਚ ਇੱਕ ਗਲਤ ਰਿਕਾਰਡ ਮੰਨਿਆ ਗਿਆ ਹੋਵੇਗਾ।
ਪਰ ਹੁਣ ਅਸੀਂ ਨਿਸ਼ਚਿਤ ਰੂਪ ਨਾਲ ਦੇਖ ਸਕਦੇ ਹਾਂ ਕਿ ਧਰਤੀ ਬਿਨਾਂ ਸਹਾਰੇ ਲਟਕੀ ਹੋਈ ਹੈ। ਇਸੇ ਤਰ੍ਹਾਂ ਬਾਈਬਲ ਵਿੱਚ ਪਵਿੱਤਰ ਆਤਮਾ ਨਾਲ ਹੋਰ ਕੌਣ ਹੈ? ਨਿਸ਼ਚਿਤ ਰੂਪ ਨਾਲ ਲਾੜੀ ਹੈ। ਇਸ ਲਈ ਸਾਨੂੰ ਕਦੇ ਵੀ ਬਾਈਬਲ ਵਿੱਚੋਂ ਕੁਝ ਨਹੀਂ ਘਟਾਉਣਾ ਚਾਹੀਦਾ। ਬਾਈਬਲ ਵਿੱਚੋਂ ਕੁਝ ਵਧਾਉਣ ਬਾਰੇ ਕੀ? ਸਾਨੂੰ ਕਦੇ ਵੀ ਕੁਝ ਨਹੀਂ ਵਧਾਉਣਾ ਚਾਹੀਦਾ। ਇਹ ਲਿਖਿਆ ਹੈ, ਆਤਮਾ ਤੇ ਲਾੜੀ ਦੋਵੇਂ ਆਖਦੇ ਹਨ ਆਓ। ਇਸ ਦਾ ਮਤਲਬ ਹੈ ਕਿ ਆਤਮਾ ਬੋਲ ਰਹੇ ਹਨ। ਆਤਮਾ ਨਾਲ ਹੋਰ ਕੌਣ ਬੋਲ ਰਹੀ ਹੈ? ਲਾੜੀ ਵੀ ਬੋਲ ਰਹੀ ਹੈ। ਇਸ ਲਈ ਲਾੜੀ ਨਿਸ਼ਚਿਤ ਰੂਪ ਨਾਲ ਸਾਡੀ ਪਰਮੇਸ਼ਰ ਹੈ ਜੋ ਜਿਉਂਦੀ ਹੈ। ਉਹ ਸਾਨੂੰ ਕੀ ਦੇਵੇਗੀ? ਕੋਈ ਵੀ ਸਾਨੂੰ ਜੀਵਨ ਦਾ ਜਲ ਨਹੀਂ ਦੇ ਸਕਦਾ। ਇਹ ਕੁਝ ਅਜਿਹਾ ਹੈ ਜੋ ਸਿਰਫ ਪਰਮੇਸ਼ਰ ਹੀ ਦੇ ਸਕਦੇ ਹਨ। ਜੀਵਨ ਦਾ ਪਾਣੀ ਦੇਣ ਦਾ ਇਹ ਕੰਮ ਕੇਵਲ ਪਰਮੇਸ਼ਰ ਹੀ ਕਰ ਸਕਦੇ ਹਨ। ਹੁਣ ਇਹ ਕੰਮ ਕੌਣ ਕਰ ਰਿਹਾ ਹੈ? ਆਤਮਾ ਨਾਲ ਲਾੜੀ ਵੀ ਇਹ ਕਰ ਰਹੀ ਹੈ। ਤ੍ਰਿਏਕ ਦੇ ਅਨੁਸਾਰ ਆਤਮਾ ਪਿਤਾ ਪਰਮੇਸ਼ਰ ਹਨ। ਮਾਤਾ ਪਰਮੇਸ਼ਰ ਜੋ ਪਿਤਾ ਪਰਮੇਸ਼ਰ ਲਾੜੀ ਹੈ, ਉਹ ਵੀ ਇਹਨਾਂ ਅੰਤਮ ਦਿਨਾਂ ਵਿੱਚ ਆਪਣੀ ਸੰਤਾਨਾਂ ਨੂੰ ਬੁਲਾ ਰਹੀ ਹੈ ਅਤੇ ਇਕੱਠੀ ਕਰ ਰਹੀ ਹੈ ਨਾ? ਕਿਉਂਕਿ ਪਰਮੇਸ਼ਰ ਸਾਨੂੰ ਇਹੀ ਸਿਖਾਉਣਾ ਚਾਹੁੰਦੇ ਹਨ। ਇਸ ਲਈ ਪਰਮੇਸ਼ਰ ਨੇ ਸਾਰੀਆਂ ਚੀਜ਼ਾਂ ਨੂੰ ਆਪਣੀ ਇੱਛਾ ਅਨੁਸਾਰ ਬਣਾਇਆ ਹੈ। ਇਸ ਲਈ ਸਾਨੂੰ ਸਾਰੀ ਸ੍ਰਿਸ਼ਟੀ ਦੁਆਰਾ ਇਹ ਸਮਝਣ ਦੇ ਯੋਗ ਹੋਣਾ ਚਾਹੀਦਾ ਹੈ ਕਿ ਨਿਸ਼ਚਿਤ ਤੌਰ ਤੇ ਮਾਤਾ ਪਰਮੇਸ਼ਰ ਦੀ ਮੌਜੂਦਗੀ ਹੈ। ਫਿਰ ਵੀ ਚਰਚ ਆਫ ਗॉड ਇਕੱਲਾ ਚਰਚ ਹੈ ਜਿਸ ਕੋਲ ਮਾਤਾ ਪਰਮੇਸ਼ਰ ਦਾ ਗਿਆਨ ਹੈ। ਕੋਈ ਵੀ ਚਰਚ ਇਸ ਸਿੱਖਿਆ ਨੂੰ ਸਵੀਕਾਰ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰ ਰਿਹਾ। ਸਾਰੀ ਮਨੁੱਖ ਜਾਤੀ ਨੂੰ ਮਾਤਾ ਪਰਮੇਸ਼ਰ ਬਾਰੇ ਮੁੱਢਲਾ ਗਿਆਨ ਦੇਣ ਲਈ ਜਦੋਂ ਪਰਮੇਸ਼ਰ ਨੇ ਮਨੁੱਖਾਂ ਅਤੇ ਖਰਗੋਸ਼ਾਂ ਵਰਗੇ ਪਿਆਰੇ ਜਾਨਵਰਾਂ ਸਮੇਤ ਸਾਰੀਆਂ ਚੀਜ਼ਾਂ ਨੂੰ ਬਣਾਇਆ, ਤਦ ਕਿ ਉਹਨਾਂ ਨੇ ਉਹਨਾਂ ਲਈ ਮਾਤਾ ਪਿਤਾ ਅਤੇ ਪੁੱਤਰ ਅਤੇ ਧੀਆਂ ਨਹੀਂ ਬਣਾਈਆਂ? ਕਿ ਉਹਨਾਂ ਨੇ ਉਹਨਾਂ ਸਾਰਿਆਂ ਨੂੰ ਇੱਕ ਪਰਿਵਾਰ ਦੇ ਤੌਰ ਤੇ ਨਹੀਂ ਜੋੜਿਆ? ਆਓ ਅਸੀਂ ਉਤਪਤ ਅਧਿਆਇ 1 ਵਚਨ 26 ਵਿੱਚ ਚੱਲੀਏ। ਤਾਂ ਪਰਮੇਸ਼ਰ ਨੇ ਆਖਿਆ ਕਿ ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਅਰ ਆਪਣੇ ਵਰਗਾ ਬਣਾਈਏ। ਇਸ ਵਚਨ ਅਨੁਸਾਰ ਪਰਮੇਸ਼ਰ ਨਿਸ਼ਚਿਤ ਤੌਰ ਤੇ ਕਹਿੰਦੇ ਹਨ, ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਅਰ ਆਪਣੇ ਵਰਗਾ ਬਣਾਈਏ। ਪਰਮੇਸ਼ਰ ਆਪਣੇ ਬਾਰੇ ਵਿਅਕਤ ਕਰਦੇ ਹਨ, ਅਸੀਂ ਆਦਮੀ ਨੂੰ ਬਣਾਈਏ, ਨਾ ਕਿ ਮੈਂ ਆਦਮੀ ਨੂੰ ਆਪਣੇ ਵਰਗਾ ਬਣਾਵਾਂਗਾ। ਉਤਪਤ ਅਧਿਆਇ 1 ਵਚਨ 1 ਅਨੁਸਾਰ ਸਿਰਜਣਹਾਰ ਪਰਮੇਸ਼ਰ ਜਿਨ੍ਹਾਂ ਨੇ ਸ਼ੁਰੂਆਤ ਵਿੱਚ ਆਕਾਸ਼ ਅਤੇ ਧਰਤੀ ਦੀ ਰਚਨਾ ਕੀਤੀ, ਉਹ ਐਲੋਹਿਮ ਹਨ। ਐਲੋਹਿਮ ਦਾ ਅਰਥ ਹੈ ਇੱਕ ਤੋਂ ਜ਼ਿਆਦਾ ਪਰਮੇਸ਼ਰ, ਮਤਲਬ ਪਰਮੇਸ਼ਰ ਦਾ ਬਹੁਵਚਨ ਸ਼ਬਦ। ਜੇਕਰ ਪਰਮੇਸ਼ਰ ਕਹਿੰਦੇ ਮੈਂ ਆਦਮੀ ਨੂੰ ਆਪਣੇ ਆਪ ਬਣਾਵਾਂਗਾ, ਤਦ ਐਲੋਹਿਮ ਸ਼ਬਦ ਦੀ ਬਜਾਏ ਐਲ ਜਾਂ ਐਲੋਹਾ ਸ਼ਬਦ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਸੀ। ਇਸ ਲਈ ਇਸ ਵਚਨ ਵਿੱਚ ਪਰਮੇਸ਼ਰ ਸਾਨੂੰ ਸਪਸ਼ਟ ਤੌਰ ਤੇ ਦਿਖਾਉਂਦੇ ਹਨ ਕਿ ਸਾਡੇ ਕੋਲ ਪਿਤਾ ਪਰਮੇਸ਼ਰ ਦੇ ਨਾਲ-ਨਾਲ ਮਾਤਾ ਪਰਮੇਸ਼ਰ ਵੀ ਹਨ। ਲਗਭਗ 1400 ਸਾਲਾਂ ਤੱਕ ਭੂ-ਕੇਂਦਰਿਤ ਸਿਧਾਂਤ ਮਨੁੱਖੀ ਗਿਆਨ ਉੱਤੇ ਹਾਵੀ ਸੀ। ਹਾਲਾਂਕਿ ਸੱਚਾਈ ਹੌਲੀ-ਹੌਲੀ ਪ੍ਰਗਟ ਹੋਣ ਲੱਗੀ ਅਤੇ ਹੁਣ ਕੋਈ ਵੀ ਭੂ-ਕੇਂਦਰਿਤ ਸਿਧਾਂਤ ਉੱਤੇ ਵਿਸ਼ਵਾਸ ਨਹੀਂ ਕਰਦਾ ਕਿਉਂਕਿ ਇਹ ਪੁਰਾਣਾ ਹੋ ਗਿਆ ਹੈ। ਪਰਮੇਸ਼ਰ ਕਹਿੰਦੇ ਹਨ, ਸਾਮਰੀ ਅਤੇ ਧਰਤੀ ਦੇ ਬੰਨੇ ਤੱਕ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ। ਪਰਮੇਸ਼ਰ ਸਾਨੂੰ ਹੋਰ ਕੀ ਕਰਨ ਲਈ ਕਹਿੰਦੇ ਹਨ? ਉਹ ਕਹਿੰਦੇ ਹਨ, ਉਹਨਾਂ ਨੂੰ ਸਿਖਾਓ। ਸਾਨੂੰ ਉਹਨਾਂ ਨੂੰ ਕੀ ਸਿਖਾਉਣਾ ਚਾਹੀਦਾ ਹੈ? ਸਾਨੂੰ ਉਹਨਾਂ ਨੂੰ ਇਹ ਦੱਸਣ ਦੁਆਰਾ ਕਿ ਉਹਨਾਂ ਨੇ ਜੋ ਜਾਣਿਆ ਹੈ ਉਹ ਗਲਤ ਹੈ ਅਤੇ ਸੱਚਾਈ ਸਿਖਾ ਕੇ ਉਹਨਾਂ ਨੂੰ ਸਹੀ ਕਰਨਾ ਚਾਹੀਦਾ ਹੈ। ਇਹ ਉਸੇ ਤਰ੍ਹਾਂ ਹੈ ਜਿਵੇਂ ਅਸੀਂ ਭੂ-ਕੇਂਦਰਿਤ ਸਿਧਾਂਤ ਵਿੱਚ ਵਿਸ਼ਵਾਸ ਕਰਨ ਵਾਲਿਆਂ ਨੂੰ ਇਹ ਸਿਖਾਉਣਾ ਜਾਰੀ ਰੱਖਦੇ ਹਾਂ ਕਿ ਸੂਰਜ ਕੇਂਦਰਿਤ ਸਿਧਾਂਤ ਸਹੀ ਹੈ। ਜਿਹੜੇ ਲੋਕ ਮੰਨਦੇ ਹਨ ਕਿ ਕੇਵਲ ਪਿਤਾ ਪਰਮੇਸ਼ਰ ਹਨ, ਸਾਨੂੰ ਉਹਨਾਂ ਨੂੰ ਪ੍ਰਚਾਰ ਕਰਨਾ ਚਾਹੀਦਾ ਹੈ ਕਿ ਸਾਡੇ ਕੋਲ ਪਿਤਾ ਪਰਮੇਸ਼ਰ ਦੇ ਨਾਲ-ਨਾਲ ਮਾਤਾ ਪਰਮੇਸ਼ਰ ਵੀ ਹਨ, ਹੈ ਨਾ? ਆਓ ਅਸੀਂ ਫਿਰ ਤੋਂ ਉਤਪਤ ਅਧਿਆਇ 1 ਵਚਨ 26 ਪੜ੍ਹੀਏ। ਤਾਂ ਪਰਮੇਸ਼ਰ ਨੇ ਆਖਿਆ ਕਿ ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਅਰ ਆਪਣੇ ਵਰਗਾ ਬਣਾਈਏ ਅਤੇ ਉਹ ਸਮੁੰਦਰ ਦੀਆਂ ਮੱਛੀਆਂ ਉੱਤੇ ਅਤੇ ਆਕਾਸ਼ ਦੀਆਂ ਪੰਛੀਆਂ ਉੱਤੇ ਅਤੇ ਡੰਗਰਾਂ ਉੱਤੇ, ਸਗੋਂ ਸਾਰੀ ਧਰਤੀ ਉੱਤੇ ਅਤੇ ਧਰਤੀ ਪੁਰ ਸਾਰੇ ਕਿਸਰਨ ਵਾਲਿਆਂ ਉੱਤੇ ਰਾਜ ਕਰਨ। ਸੋ ਪਰਮੇਸ਼ਰ ਨੇ ਆਦਮੀ ਨੂੰ ਆਪਣੇ ਸਰੂਪ ਉੱਤੇ ਉਤਪਤ ਕੀਤਾ। ਪਰਮੇਸ਼ਰ ਨੇ ਸਰੂਪ ਉੱਤੇ ਉਹਨੂੰ ਉਤਪਤ ਕੀਤਾ। ਨਰ ਨਾਰੀ ਉਸਨੇ ਉਹਨਾਂ ਨੂੰ ਉਤਪਤ ਕੀਤਾ। ਪਰਮੇਸ਼ਰ ਨੇ ਮਨੁੱਖ ਜਾਤੀ ਨੂੰ ਪਰਮੇਸ਼ਰ ਦੇ ਸਰੂਪ ਵਿੱਚ ਬਣਾਇਆ ਅਤੇ ਨਰ ਸਰੂਪ ਅਤੇ ਨਾਰੀ ਸਰੂਪ ਨੂੰ ਰਚਿਆ। ਅਸੀਂ ਪਰਮੇਸ਼ਰ ਦੇ ਨਰ ਸਰੂਪ ਨੂੰ ਕੀ ਕਹਿੰਦੇ ਹਾਂ? ਅਸੀਂ ਉਹਨਾਂ ਨੂੰ ਪਿਤਾ ਪਰਮੇਸ਼ਰ ਕਹਿੰਦੇ ਹਾਂ। ਨਾਰੀ ਨੂੰ ਵੀ ਪਰਮੇਸ਼ਰ ਦੇ ਸਰੂਪ ਵਿੱਚ ਰਚਿਆ ਗਿਆ ਸੀ। ਫਿਰ ਪਰਮੇਸ਼ਰ ਦੇ ਸਰੂਪ ਦੇ ਅੰਦਰ ਪਰਮੇਸ਼ਰ ਦਾ ਹੋਰ ਕਿਹੜਾ ਸਰੂਪ ਵੀ ਹੈ? ਕੀ ਇਹ ਪੁਸ਼ਟੀ ਨਹੀਂ ਕਰਦਾ
ਕਿ ਮਾਤਾ ਪਰਮੇਸ਼ਰ ਨਿਸ਼ਚਿਤ ਤੌਰ ਤੇ ਮੌਜੂਦ ਹਨ। 수 있지 않습니까? ਨਾਰੀ ਸਰੂਪ ਦੀ ਪਰਮੇਸ਼ਰ ਨਿਸ਼ਚਿਤ ਤੌਰ ਤੇ ਮਾਤਾ ਪਰਮੇਸ਼ਰ ਹੈ। 어머니십니다. ਇਸ ਕਾਰਨ ਜਦੋਂ ਯਿਸੂ 2000 ਸਾਲ ਪਹਿਲਾਂ ਧਰਤੀ ਉੱਤੇ ਆਏ ਤਦ ਉਹਨਾਂ ਨੇ ਸਾਨੂੰ ਦਿਖਾਇਆ ਕਿ ਸਾਡੇ ਕੋਲ ਸਵਰਗ ਵਿੱਚ ਪਿਤਾ ਪਰਮੇਸ਼ਰ ਹਨ। 알려주시죠. ਫਿਰ ਮਾਤਾ ਪਰਮੇਸ਼ਰ ਦੀ ਸੱਚਾਈ ਕਦੋਂ ਪ੍ਰਗਟ ਹੋਵੇਗੀ? ਉਹ ਆਖਰੀ ਦਿਨਾਂ ਵਿੱਚ ਪ੍ਰਗਟ ਕੀਤੀ ਜਾਣੀ ਚਾਹੀਦੀ ਹੈ। ਇਸ ਲਈ ਉਹਨਾਂ ਨੇ ਇਸ ਨੂੰ ਯੂਹੰਨਾ ਨੂੰ ਦਿੱਤੇ ਗਏ ਪ੍ਰਕਾਸ਼ਨ ਦੁਆਰਾ ਦਿਖਾਇਆ। ਪਰਮੇਸ਼ਰ ਨੇ ਸਾਨੂੰ ਇਹ ਦਿਖਾ ਕੇ ਮਾਤਾ ਪਰਮੇਸ਼ਰ ਬਾਰੇ ਸੱਚਾਈ ਸਿਖਾਈ ਕਿ ਆਤਮਾ ਤੇ ਲਾੜੀ ਸਾਨੂੰ ਆਉਣ ਲਈ ਸਦਾ ਦੇਣਗੇ। ਸਾਨੂੰ ਇਸ ਸੱਚਾਈ ਨੂੰ ਪੂਰੀ ਤਰ੍ਹਾਂ ਸਮਝਣਾ ਚਾਹੀਦਾ ਹੈ ਤਾਂ ਜੋ ਅਸੀਂ ਦੁਨੀਆ ਦੇ ਸਾਰੇ ਲੋਕਾਂ ਨੂੰ ਪਿਤਾ ਪਰਮੇਸ਼ਰ ਅਤੇ ਮਾਤਾ ਪਰਮੇਸ਼ਰ ਬਾਰੇ ਸਿਖਾ ਸਕੀਏ। 가르치러 다니는 이런 입장이 되어야 되겠습니다. ਸਾਰੀਆਂ ਕੌਮਾਂ ਵਿੱਚ ਜਾ ਕੇ ਮੇਰੇ ਗਵਾਹ ਬਣੋ। ਇਹ ਸਾਡੇ ਪਰਮੇਸ਼ਰ ਦੀ ਮਰਜ਼ੀ ਹੈ। 우리 하나님의 뜻이었습니다. 그렇다면 ਆਓ ਅਸੀਂ ਲੇਵੀਆ 정인의 ਅਧਿਆਇ 5 ਵਿੱਚ ਇੱਕ ਗਵਾਹ ਦੀ ਭੂਮਿਕਾ ਤੇ ਮਿਸ਼ਨ ਉੱਤੇ ਇੱਕ ਨਜ਼ਰ ਪਾਈਏ। ਆਓ ਅਸੀਂ ਲੇਵੀਆ ਅਧਿਆਇ 5 ਵਚਨ 1 ਪੜ੍ਹੀਏ। ਜੇ ਕੋਈ ਪ੍ਰਾਣੀ ਅਜਿਹਾ ਪਾਪ ਕਰੇ ਜੋ ਉਗਾਹ ਹੋਵੇ 시키는 ਅਤੇ ਸੋ ਚੁੱਕਣ ਦਾ ਸ਼ਬਦ ਸੁਣੇ, ਭਾਵੇਂ ਉਸਨੇ ਡਿੱਠਾ ਹੈ ਜਾਂ ਜਾਣਿਆ ਹੈ ਪਰ 어떻게 된다고요? ਉਹ ਨਾ ਦੱਸੇ। 그것이 죄가 있나니라고 했습니다. ਇਸ ਵਚਨ ਅਨੁਸਾਰ ਇਹ ਲਿਖਿਆ ਗਿਆ ਹੈ ਕਿ ਕਿਸੇ ਚੀਜ਼ ਬਾਰੇ ਜਿਸ ਨੂੰ ਅਸੀਂ ਸੁਣਿਆ ਜਾਂ ਜਾਣਿਆ ਹੈ 진술치 않는 ਗਵਾਹੀ ਨਾ ਦੇਣਾ ਪਾਪ ਹੈ। ਤਦ ਉਸ ਨੂੰ ਆਪਣੀ ਬਦੀ ਦਾ ਬੋਝ ਝੱਲਣਾ ਪਵੇਗਾ। 그에게 ਇਹ ਬਾਈਬਲ ਦੀ ਸਿੱਖਿਆ ਹੈ। 성경은 말하고 있습니다. ਪਿਤਾ ਪਰਮੇਸ਼ਰ ਨੇ ਸਾਨੂੰ ਮਾਤਾ ਪਰਮੇਸ਼ਰ ਦੇ ਵਿਸ਼ੇ ਸਿਖਾਇਆ ਹੈ। 어머니 하나님의 ਸਾਰੀ ਮਨੁੱਖ ਜਾਤੀ ਅਤੇ ਇਸ ਸੰਸਾਰ ਦੇ ਸਾਰੇ ਚਰਚ ਆਪਣੇ ਆਪ ਦੇ ਵਿਸ਼ਵਾਸ ਉਤੇ ਜ਼ੋਰ ਦਿੰਦੇ ਹਨ 교회가 ਕਿ ਕੇਵਲ ਪਿਤਾ ਪਰਮੇਸ਼ਰ ਹਨ। 아버지 하나님 한 ਪਰ ਪਿਤਾ ਪਰਮੇਸ਼ਰ ਖੁਦ ਇਸ ਧਰਤੀ ਉੱਤੇ ਆਏ 주장해 ਅਤੇ ਉਤਪਤ ਅਧਿਆਇ 1 ਤੋਂ ਪ੍ਰਕਾਸ਼ ਦੀ ਪੋਥੀ ਦੇ 22 ਤੱਕ ਪੂਰੀ ਬਾਈਬਲ ਵਿੱਚ ਸਵਰਗੀ ਮਾਤਾ ਜੀ ਦੀ ਮੌਜੂਦਗੀ ਨੂੰ ਸਾਬਤ ਕਰਦੇ ਹੋਏ 1장에서부터 ਸਾਨੂੰ ਸਾਰਿਆਂ ਨੂੰ ਸਿਖਾਇਆ ਕਿ ਉਹਨਾਂ ਦੀ ਮੌਜੂਦਗੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਸਾਨੂੰ ਆਪਣੇ ਗਵਾਹ ਦੇ ਰੂਪ ਵਿੱਚ ਨਿਯੁਕਤ ਕੀਤਾ ਜਿਨ੍ਹਾਂ ਦੀ ਉਹ 6000 ਸਾਲਾਂ ਤੋਂ ਉਡੀਕ ਕਰ ਰਹੇ ਸੀ। 우리를 삼았습니다. ਪਿਤਾ ਦੇ ਯੁੱਗ ਵਿੱਚ ਯਹੋਵਾ ਦੇ ਗਵਾਹ ਸੀ ਅਤੇ ਪੁੱਤਰ ਦੇ ਯੁੱਗ ਵਿੱਚ ਯੀਸ਼ੂ ਦੇ ਗਵਾਹ ਸੀ। 예수의 정인. ਫਿਰ ਪਵਿੱਤਰ ਆਤਮਾ ਦੇ ਇਸ ਯੁੱਗ ਬਾਰੇ ਕੀ? 누구의 정인요? ਪਰਮੇਸ਼ਰ ਨੇ ਸਾਨੂੰ ਪਵਿੱਤਰ ਆਤਮਾ ਜੋ ਨਵੇਂ ਨਾਮ ਨਾਲ ਪਿਤਾ ਪਰਮੇਸ਼ਰ ਹਨ ਅਤੇ ਮਾਤਾ ਪਰਮੇਸ਼ਰ ਦੇ ਗਵਾਹ ਵਜੋਂ ਨਿਯੁਕਤ ਕੀਤਾ ਹੈ। 하나님께서 ਪਰਮੇਸ਼ਰ ਸਾਨੂੰ ਹੁਕਮ ਦਿੰਦੇ ਹਨ, ਜਾਓ ਅਤੇ ਮੇਰੀ ਗਵਾਹੀ ਦਿਓ। 그 내용에 ਇਸ ਲਈ ਆਓ ਅਸੀਂ ਦੁਨੀਆ ਦੇ ਲੋਕਾਂ ਨੂੰ ਪ੍ਰਚਾਰ ਕਰੀਏ ਕਿ ਮਾਤਾ ਪਰਮੇਸ਼ਰ ਇਸ ਧਰਤੀ ਉੱਤੇ ਆਏ ਹਨ 구원에 이르도록끔 ਅਤੇ ਉਹ ਮਨੁੱਖ ਜਾਤੀ ਨੂੰ ਸਦੀਪਕ ਮੁਕਤੀ ਅਤੇ ਸਵਰਗ ਦੇ ਰਾਜ ਵੱਲ ਲੈ ਜਾ ਰਹੇ ਹਨ। 여러분과 제가 꼭 되기를 ਇਸ ਦੁਆਰਾ ਮੈਂ ਅੱਜ ਦੇ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ। 감사합니다.